Hello everyone, welcome to Victor's Knowledge. This is Chinu Sharma. So ਅੱਜ ਇਹ ਜਿਹੜਾ ਮੈਂ ਤੁਹਾਡੇ ਨਾਲ ਟੌਪਿਕ ਸ਼ੇਅਰ ਕਰ ਰਹੀ ਹਾਂ ਜੋ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਪੇਡ ਕੋਰਸ ਹੈ ਉਸ ਕੋਰਸ ਦੇ ਵਿੱਚੋਂ ਮੈਂ ਇੱਕ ਟੌਪਿਕ ਦੇ ਅੰਦਰੋਂ ਥੋੜੀ ਜਿਹੀ ਇੰਪੋਰਟੈਂਟ ਪਾਰਟ ਚੱਕਿਆ ਡੈਮੋ ਲੈਕਚਰ ਤੁਹਾਨੂੰ ਦੇਣ ਦੇ ਲਈ ਸੋ ਦੈਟ ਤੁਹਾਨੂੰ ਇੱਕ ਆਈਡੀਆ ਹੋ ਜਾਵੇ ਕਿ ਜਿਹੜਾ ਕੋਰਸ ਹੈ ਇਹਦੇ ਅੰਦਰ ਹਰ ਟੌਪਿਕ ਨੂੰ ਸਿਰਫ ਟੈਕਸੇਸ਼ਨ ਇਕਨੋਮੀ ਹੀ ਨਹੀਂ ਆਪਾਂ ਹਰ ਟੌਪਿਕ ਨੂੰ ਬਹੁਤ ਜ਼ਿਆਦਾ ਡੀਟੇਲ 'ਚ ਕਰ ਰਹੇ ਹਾਂ ਸੋ ਦੈਟ ਜਿਹੜੀ ਆਪਣੀ ਤਿਆਰੀ ਹੈ ਇਹ ਸਿਰਫ ਐਕਸਾਈਜ਼ ਟੈਕਸੇਸ਼ਨ ਲਈ ਨਹੀਂ ਬਲਕਿ ਹਰ ਆਫੀਸਰ ਰੈਂਕ ਦੇ ਐਗਜ਼ਾਮ ਦੇ ਲਈ ਪੂਰੀ ਹੋ ਜਾਵੇ ਜਿਵੇਂ ਕੋਆਪਰੇਟਿਵ ਸੁਸਾਇਟੀ ਦਾ ਕੋਈ ਪੇਪਰ ਹੈ ਜਾਂ ਕੋਆਪਰੇਟਿਵ ਇੰਸਪੈਕਟਰ ਦਾ ਹੈ then we have ਸਬ ਇੰਸਪੈਕਟਰ ਐਗਜ਼ਾਮ ਜਾਂ ਫਿਰ ਕੋਈ ਵੀ ਹੋਰ ਪੀਸੀਐਸ ਲੈਵਲ ਦਾ ਪੇਪਰ ਹੈ ਤਾਂ ਉਹਦੇ ਲਈ ਆਪਣੀ ਤਿਆਰੀ ਬਿਲਕੁਲ ਪਰਫੈਕਟ ਹੋਵੇ ਸੋ ਅੱਜ ਇਸ ਡੈਮੋ ਲੈਕਚਰ ਦੇ ਲਈ ਮੈਂ ਜਿਹੜਾ ਟੌਪਿਕ ਚੂਜ਼ ਕੀਤਾ ਹੈ ਉਹ ਹੈ ਕੇਂਦਰ ਤੇ ਰਾਜ ਕਾਰਜਕਾਰੀ ਦਾ ਸੈਂਟਰ ਤੇ ਸਟੇਟ ਐਗਜ਼ੈਕਟਿਵ ਤੇ ਇਹਦੇ ਵਿੱਚ ਇਸ ਡੈਮੋ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਇੰਪੋਰਟੈਂਟ ਕੁਝ ਪਾਰਟ ਡਿਸਕਸ ਕਰੂੰਗੀ ਰਿਲੇਟਡ ਟੂ ਪ੍ਰੈਜ਼ੀਡੈਂਟ ਸੋ ਨਾਓ ਲੈਟਸ ਗੈਟ ਸਟਾਰਟਡ So before moving with the topic, I would like to share important details from my two ongoing important courses. So ਇੱਕ course ਚੱਲ ਰਿਹਾ Excise Taxation Inspector ਦੇ ਲਈ ਜਿਹੜਾ ਤੁਹਾਨੂੰ ਹਰ officer level ਦੇ exam ਦੇ ਲਈ ਤਿਆਰ ਕਰਵਾਊਗਾ ਦੂਜਾ ਹੈ PSSSB clerk ਤੇ ਗ੍ਰਾਮ ਸੇਵਕ ਕੋਰਸ ਇਹਦੇ ਅੰਦਰ ਥੋੜੀ clerical level ਦੇ ਹਰ exam ਦੀ ਬਹੁਤ ਡੀਪਲੀ ਤਿਆਰੀ ਹੋ ਰਹੀ ਹੈ ਸੋ ਇਹਦੇ ਅੰਦਰ ਕੀ ਹੈ ਤੁਹਾਨੂੰ ਵੀਡੀਓ ਲੈਕਚਰਸ ਮਿਲ ਰਹੇ ਨੇ ਨਾਲ ਲੈਕਚਰ ਦੀਆਂ ਫ੍ਰੀ ਪੀਡੀਐਫ ਤੇ ਕੁਝ ਕੰਪਲੀਮੈਂਟਰੀ ਪੀਡੀਐਫ ਜਿਵੇਂ ਐਮਸੀਕਿਊਜ਼ ਹੋ ਗਏ ਜਾਂ ਲੈਂਗੁਏਜ ਦੇ ਕੋਈ ਪ੍ਰੈਕਟਿਸ ਕੁਐਸਚਨ ਹੋ ਗਏ ਉਹ ਵੀ ਮੈਂ ਟਾਈਮ ਟੂ ਟਾਈਮ ਸ਼ੇਅਰ ਕਰਦੀ ਰਹਿੰਦੀ ਆ ਟੈਲੀਗ੍ਰਾਮ ਗਰੁੱਪ ਦੇ ਅੰਦਰ ਸੋ ਇਹ ਸਾਰੇ ਸਬਜੈਕਟਸ ਦੇ ਤੁਹਾਨੂੰ ਵੀਡੀਓ ਲੈਕਚਰ ਮਿਲ ਰਹੇ ਨੇ ਵਿਦ ਲੈਕਚਰ ਪੀਡੀਐਫ ਇਨ ਰੁਪੀਸ 1500 ਸੋ ਜੇ ਤੁਸੀਂ ਇਹ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਬਾਕੀ ਜੇ ਤੁਸੀਂ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਦਾ ਕੰਪਲੀਟ ਕੋਰਸ ਲੈਣੇ ਹੋ ਤਾਂ ਇਹਦੇ ਅੰਦਰ ਇਹ ਸਾਰੇ ਸਬਜੈਕਟਸ ਦਾ ਇਨਕਲੂਡਡ ਹੈ ਹੀ ਨਾਲ ਹੀ ਤੁਹਾਨੂੰ ਕਰੰਟ ਅਫੇਅਰ ਦੇ ਮੇਗਾ ਸੈਸ਼ਨ ਮਿਲ ਰਹੇ ਨੇ ਡੀਟੇਲ ਦੇ ਅਲੱਗ ਤੋਂ ਐਮਸੀਕਿਊ ਅਲੱਗ 6 ਮਹੀਨੇ ਦੇ ਪੋਲਿਟੀ ਦੇ ਕਰੰਟ ਅਲੱਗ ਤੋਂ ਇਕਨੋਮਿਕਸ ਦੇ ਦੈਨ এনवायरमेंट ਸਾਇੰਸ ਰੈਂਕ ਇੰਡੈਕਸ ਦਾ ਅਲੱਗ ਇੱਕ ਪੂਰਾ ਟੌਪਿਕ ਹੋਊਗਾ ਉਸ ਤੋਂ ਬਾਅਦ ਟੈਕਸੇਸ਼ਨ ਆਪਾਂ ਪੂਰੀ ਕਰਾਂਗੇ ਇੰਡੀਅਨ ਇਕਨੋਮੀ ਕੰਪਲੀਟ ਕਰਾਂਗੇ ਪੰਜਾਬ ਇਕਨੋਮੀ ਸਾਰੀ ਦੇਖਾਂਗੇ ਟੈਕਸੇਸ਼ਨ ਦੇ ਅੰਦਰ ਵੀ ਜੇ ਬਾਈ ਚਾਂਸ ਫਿਊਚਰ 'ਚ ਕੋਈ ਨਵੇਂ ਟੌਪਿਕ ਐਡ ਹੁੰਦੇ ਨੇ ਉਹ ਸਾਰੇ ਟੌਪਿਕ ਮੈਂ ਤੁਹਾਨੂੰ ਕਰਵਾਉਂਗੀ ਨੋਟਸ ਪ੍ਰੋਪਰ ਦਊਂਗੀ ਸੋ ਲੈਂਗੁਏਜ ਕੰਪਲੀਟ ਹੋ ਰਹੀ ਹੈ ਕੰਪਿਊਟਰ ਆਈਟੀ ਹੋ ਰਹੀ ਹੈ ਪੰਜਾਬ ਜੀਕੇ ਜੀਓਗ੍ਰਾਫੀ ਦੈਨ ਇੱਕ ਹੋਰ ਇੰਪੋਰਟੈਂਟ ਚੀਜ਼ ਜਿਵੇਂ ਹੀ ਆਪਾਂ ਇਹ ਸਾਰੇ ਥਿਊਰੀ ਦੇ ਟੌਪਿਕ ਕੰਪਲੀਟ ਕਰਾਂਗੇ ਇੰਪੋਰਟੈਂਟ ਸਬਜੈਕਟਸ ਦੇ ਮੈਂ ਮੇਗਾ ਰਿਵੀਜ਼ਨ ਸੈਸ਼ਨ ਵੀ ਲਾਉਂਗੀ ਐਮਸੀਕਿਊ ਫਾਰਮ ਦੇ ਨਾਲ ਹੀ ਪੇਪਰ ਤੋਂ ਪਹਿਲਾਂ ਤੁਹਾਨੂੰ PSSB ਵਾਲੇ ਕੋਰਸ ਵਿੱਚ ਵੀ ਤੇ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ ਕੋਰਸ ਦੇ ਵਿੱਚ ਵੀ ਇਸੇ ਪ੍ਰਾਈਸ ਦੇ ਵਿੱਚ ਤੁਹਾਨੂੰ ਮੌਕ ਟੈਸਟ ਵੀ ਦਿੱਤੇ ਜਾਣਗੇ ਇਹ ਦੋਨੋਂ ਕੋਰਸਿਸ ਦੇ ਨਾਲ ਤੇ ਇਹਦਾ ਪ੍ਰਾਈਸ ਹੈ ₹3500 ਤੇ ਜੇ ਤੁਸੀਂ ਐਕਸਾਈਜ਼ ਦੇ ਲਈ ਕੱਲੇ ਵੀਡੀਓ ਲੈਕਚਰ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੱਲੇ ਨੋਟਸ ਲੈਣਾ ਚਾਹੁੰਦੇ ਹੋ ਪਲੱਸ ਮੌਕ ਟੈਸਟ ਤੇ ਕਰੰਟ ਅਫੇਅਰ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ the price is ₹2200 each for video course separately and for PDFs ਜੇ ਤੁਸੀਂ ਕੰਬਾਈਨਡ ਕੋਰਸ ਲੈਣਾ ਤਾਂ ਇਹ ਤੁਹਾਡੇ ਲਈ ਜ਼ਿਆਦਾ ਰੀਜ਼ਨੇਬਲ ਪਊਗਾ ਪ੍ਰਾਈਸ ਇਸ ₹3500 ਤੇ ਤੁਸੀਂ ਮੈਨੂੰ ਦੋ ਇਨਸਟਾਲਮੈਂਟ ਦੇ ਵਿੱਚ ਵੀ ਪੇਮੈਂਟ ਕਰ ਸਕਦੇ ਹੋ 1750 ਪਹਿਲਾਂ and remaining installment in next month so if you are interested in buying any of these courses ਜਾਂ ਫਿਰ ਤੁਸੀਂ ਕਿਸੇ ਹੋਰ ਪੇਪਰ ਦੇ ਲਈ ਜਿਵੇਂ ਸਬ ਇੰਸਪੈਕਟਰ ਜਾਂ ਕੋਆਪਰੇਟਿਵ ਇੰਸਪੈਕਟਰ ਦੇ ਲਈ ਕੋਈ ਕ੍ਰੈਸ਼ ਕੋਰਸ ਲੈਣਾ ਕੱਲੇ ਨੋਟਸ ਲੈਣੇ ਨੇ ਸਬ ਇੰਸਪੈਕਟਰ ਦੇ ਪੂਰੇ ਕੰਪਲੀਟ ਸਿਲੇਬਸ ਉੱਤੇ ਕੰਪਿਊਟਰ ਡਿਜੀਟਲ ਅਵੇਅਰਨੈਸ ਦੇ ਨੋਟਸ ਅਵੇਲੇਬਲ ਨੇ ਵਿਦ ਐਮਸੀਕਿਊ ਜਾਂ ਫਿਰ TSS ਦੇ ਕਿਸੇ ਵੀ ਸਪੈਸ਼ਲ ਕੇਡਰ ਦੇ ਤੁਹਾਨੂੰ ਥਿਊਰੀ ਨੋਟਸ ਚਾਹੀਦੇ ਨੇ ਸੋ ਉਹ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਤੁਸੀਂ ਕਰ ਸਕਦੇ ਹੋ ਪ੍ਰਾਈਸ ਤੁਸੀਂ ਮੇਰੇ ਤੋਂ ਜਾਣ ਸਕਦੇ ਹੋ ਬਾਈ ਸੈਂਡਿੰਗ ਈਮੇਲ on legalvictor02896@gmail.com ਸਭ ਤੋਂ ਪਹਿਲਾਂ ਤਾਂ ਆਪਣੇ ਲਈ ਇਹ ਸਮਝਣਾ ਜ਼ਰੂਰੀ ਹੈ ਐਗਜ਼ੈਕਟਿਵ ਵਰਡ ਦਾ ਮਤਲਬ ਕੀ ਹੈ ਕੋਈ ਪਲਾਨ ਆਰਡਰ ਰੂਲ ਕੋਈ ਲਾਅ ਕਿਸੇ ਵੀ ਚੀਜ਼ ਨੂੰ ਦੇਸ਼ ਦੇ ਅੰਦਰ ਪ੍ਰੋਪਰ ਲਾਗੂ ਕਰਵਾਉਣ ਦੇ ਲਈ ਐਗਜ਼ੀਕਿਊਟ ਸਹੀ ਤਰੀਕੇ ਨਾਲ ਲੋਕਾਂ ਤੋਂ ਫੋਲੋ ਕਰਵਾਉਣ ਦੇ ਲਈ ਜਿਹੜਾ ਇੱਕ ਸਰਕਾਰ ਦਾ ਇੰਪੋਰਟੈਂਟ ਆਰਗਨ ਹੈ ਉਹਦਾ ਨਾਮ ਹੈ ਇਸ ਆਰਗਨ ਦਾ ਜਿਹੜਾ ਕਾਰਜਕਾਰੀ ਦਾ ਧਿਆਨ ਦਿੰਦਾ ਹੈ ਕਿ ਸਾਰੀਆਂ ਪਾਲਿਸੀਆਂ ਸਾਰੀਆਂ ਚੀਜ਼ਾਂ ਸਹੀ ਤਰੀਕੇ ਨਾਲ ਚੱਲਣ ਉਸ ਆਰਗਨ ਦਾ ਨਾਮ ਹੈ ਉਸ ਸਰਕਾਰ ਦੇ ਇੰਪੋਰਟੈਂਟ ਅੰਗ ਹਿੱਸੇ ਦਾ ਨਾਮ ਹੈ ਐਗਜ਼ੀਕਿਊਟਿਵ ਆਪਾਂ ਨੂੰ ਪਤਾ ਲੈਜਿਸਲੇਟਿਵ ਕੀ ਕਰਦੀ ਹੈ ਪਾਰਲੀਮੈਂਟ ਦੇ ਵਿੱਚ ਜਿਵੇਂ ਲਾਜ਼ ਬਣਾਉਂਦੀ ਹੈ ਜੁਡੀਸ਼ਰੀ ਉਹਨਾਂ ਲਾਜ਼ ਦੇ
उत्ते जे कोई कन्फ्लिक्ट आंदा, कोई उन्हां नूं तोड़दा, फिर इंपॉर्टेंट डिसीजन दिंदी है, प्रोटेक्ट करदी है। एग्जैक्टिव काम करदी है इंप्लीमेंटेशन दा, लागू करवाउण दा। एग्जैक्टिव दो जगह दे उत्ते बैठी है, स्टेट दी अड, उपर सेंटर दी अड। सो हुण आपां देखांगे कौन कौन है जिहड़े यूनियन एग्जैक्टिव विच ने, कौन है स्टेट एग्जैक्टिव। ये तुसीं अपने दिमाग च एक पिक्चर तैयार कर लैनी है कि जदों ही तुसीं एग्जैक्टिव वर्ड सुनिया तुहानूं फटाफट पता होना चाहिए कि किहड़े 3-4 इंपॉर्टेंट पोजीशन ने, रैंक ने जिहड़े सेंटर ते बैठे ने एग्जैक्टिव च, कौन स्टेट लैवल दी एग्जीक्यूटिव संभालदे आ, स्टेट लैवल ते सरकार चला रहा है। सो हुण आपां देख लैंदे आ सब तो पहला तां आर्टिकल 52 तो 78 तक यूनियन एग्जैक्टिव है। 153 तो 167 स्टेट एग्जैक्टिव। ये आर्टिकल सब तो पहला तुसीं याद रखो जो अज आपां इस लेक्चर दे अंदर पढ़ने ने। यूनियन दे विच कौन-कौन बैठदा? उपर सेंटर दी सरकार। सब तो पहला देश दे राजे कौन ने? सब तो मेन टॉप पोजीशन संभाली हुई है प्रेसिडेंट ने। उस तो बाद आउंदे ने, आपां प्रेसिडेंट दे तौर ते गल कर रहे हां। प्रेसिडेंट तो नीचे आउंदे ने देश दी सरकार दी जदों गल करदे आ प्राइम मिनिस्टर। प्राइम मिनिस्टर दी मदद करन दे लई एक काउंसिल है, एक जोड़ है, इकट्ठ है, ग्रुप है मिनिस्टरां दा, जिच होम मिनिस्टर, फाइनेंस मिनिस्टर, वक्-वक् तरह दे मिनिस्टर ने अड-अड डिपार्टमेंट दे, जो टाइम टू टाइम प्राइम मिनिस्टर दी मदद करदे ने। फिर आउंदा है अटॉर्नी जनरल ऑफ इंडिया। ये चार जेहड़े इंपॉर्टेंट पोजीशंस दी गल करदे आ, ये ने यूनियन लैवल ते। प्रेसिडेंट दी गल होगी आर्टिकल 52 तो 62, प्राइम मिनिस्टर ते काउंसिल ऑफ मिनिस्टर 74 to 75 नाल आर्टिकल 78, अटॉर्नी जनरल ऑफ इंडिया आर्टिकल 76। स्टेट एग्जैक्टिव विच सब तो ऊपर कौन है? गवर्नर। गवर्नर दे नीचे अपने मुख्य मंत्री, चीफ मिनिस्टर ते नाल उन्हां दी जिहड़ी कैबिनेट है, काउंसिल ऑफ मिनिस्टर है। उस तो बाद आउंदे ने एडवोकेट जनरल ऑफ स्टेट। आर्टिकल्स ने 153 to 161, 164 to 167, 65 ते 177 एडवोकेट जनरल ऑफ स्टेट। पहला तो तुसी कोई भी टॉपिक तैयार करन तो पहला ओदा स्ट्रक्चर समझना है कि जेड़ा असीं अज टॉपिक करन जा रहे हां, पहला तो उस टॉपिक दा हैडिंग दा मतलब की है, ओदे अंदर आपां केड़े-केड़े आर्टिकल्स पढ़ांगे, केड़े-केड़े आपां इंपॉर्टेंट पोजीशंस दी, ऑफिसर्स दी, बंदियां दी गल करन जा रहे हां। सो जदों तुहानूं ये चीज़ां क्लीयर हो गईयां, फिर तुसीं अग्गे उन्हां दी डिटेल पढ़नी शुरू करनी है। सो ये एक सही अप्रोच है जे तुसीं टॉपिक्स नूं ध्यान दे नाल एग्जाम पॉइंट ऑफ व्यू तो इस तरीके नाल समझना है कि चाहे तुहानूं पेपर दे विच स्टेटमेंट बेस्ड क्वेश्चन आ जाए, चाहे सिंपल MCQ आ जाए, ਤੁਹਾਨੂੰ क्वेश्चन देखण सार ਉਹਦਾ आंसर पता होवे। सो ਉਹਦੇ ਲਈ दिमाग ਦੇ ਨਾਲ सही अप्रोच ਦੇ ਨਾਲ ਤਿਆਰੀ ਕਰਨੀ बहुत ज़्यादा ਜ਼ਰੂਰੀ है। सो ਜਿਹੜੇ ਹੁਣ मैं ਪਿੱਛੇ ਤੁਹਾਨੂੰ गवर्नमेंट ਦੇ ऑर्गन समझाए ने, एक बार ਆਪਾਂ देख ਲੈਂਦੇ ਹਾਂ। ਤਿੰਨ अंग ने, ਤਿੰਨ हिस्से ने, ऑर्गन कहे जाते हैं सरकार दे, ਜਿਹੜੇ काम करते हैं सरकार दे अंदर। एक है एग्जैक्टिव डिपार्टमेंट, दूजा है लैजिस्लेटिव, तीजी है जुडिशरी। एग्जैक्टिव है कार्यकारी, लैजिस्लेटिव है विधानक, जुडिशरी है न्यायपालिका। ये मैं तुहानूं पंजाबी च इसलिए समझा रही हां क्योंकि काफ़ी सारे स्टूडेंट्स ने जिन्हां नूं कुछ प्रॉपर वर्ड्स हुंदे ने जदों पंजाबी विच समझाए जाण तां उन्हां दे दिमाग च बैठ जांदे ने, क्योंकि प्रेजिडेंट दी की पावर आ, प्राइम मिनिस्टर दी की पावर आ, ਉਹ ਤਾਂ ਆਪਾਂ आम तौर ते सुनदे भी रहने आ। ਇਹ ਤਾਂ बहुत ही बेसिक चीज़ां ने, जदों ਆਪਾਂ पढ़ांगे ਆਪਾਂ ਨੂੰ समझ आ ही जाणगीਆਂ। पर इंपॉर्टेंट कुछ वर्ड्स ने जिन्हां दा तुहानूं जे मतलब ही नहीं क्लीयर, मैं उरे लैजिस्लेटिव बोली जावां ते तुहानूं ਉਹਦਾ मतलब ही ना पता होवे कि ਉਹਨੂੰ ਆਪਾਂ अपनी सिंपल भाषा च की बोलदे आ, तां ਤੁਹਾਡਾ इस चैप्टर ਨੂੰ सुनन दा, पढ़न दा कोई फायदा नहीं। सो इसलिए मैं ट्राई करदी हां कि जिन्ना हो सके जो भी ਇਹ प्रॉपर कुछ टैक्नीकल वर्ड्स ने, मैं ਤੁਹਾਨੂੰ ਉਹਨਾਂ ਦਾ ਨਾਲ ਦੀ ਨਾਲ ਪੰਜਾਬੀ ਦੇ ਵਿੱਚ ਵੀ मतलब ਸਮਝਾਉਂਦੀ ਰਹਾਂ। सो कार्यकारी, विधानक, न्यायपालिका, ये तीन इंपॉर्टेंट डिपार्टमेंट मिलके एक देश की सरकार बनाते हैं। स्पैशली जो आप इंडियन सरकार की गल करिए जिहड़ी पार्लीमेंटरी फॉर्म ऑफ नेचर दी है। पार्लीमेंटरी फॉर्म सरकार दे विच की हुंदा, जिहड़ी एग्जैक्टिव है यह लैजिस्लेटिव दे नाल आपस दे विच मिल के काम करती है। इट इज ऑल्सो कॉल्ड द कैबिनेट गवर्नमेंट ड्यू टू कंसंट्रेशन ऑफ एग्जीक्यूटिव पावर इन द कैबिनेट। एग्जैक्टिव की है, लैजिस्लेटिव का ही हिस्सा है।
ਸੰਸਦੀ ਸਰਕਾਰ ਕਿਹਾ ਜਾਂਦਾ ਹੈ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਨੂੰ। ਤੇ ਜਿਹੜੀ ਇਹ ਪਾਰਲੀਮੈਂਟਰੀ ਫਾਰਮ ਹੈ ਇਹ ਆਪਾਂ ਨੇ ਕਿਹੜੇ ਦੇਸ਼ ਦੀ ਸਰਕਾਰ ਨੂੰ ਦੇਖ ਕੇ ਭਾਰਤ ਦੇ ਅੰਦਰ ਲਿਆਂਦੀ ਹੈ? ਬ੍ਰਿਟੇਨ। ਜਦੋਂ ਆਪਾਂ ਨੇ ਸੋਰਸਿਸ ਵਾਲਾ ਟੌਪਿਕ ਕੀਤਾ ਸੀ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਚੀਜ਼ਾਂ ਨਾਲ ਰਿਵਾਈਜ਼ ਵੀ ਕਰਵਾਈ ਜਾਇਆ ਕਰੂ ਸੋ ਦੈਟ ਤੁਸੀਂ ਇੱਕ ਲਿੰਕ ਕ੍ਰੀਏਟ ਕਰੋ ਸਾਰੇ ਟੌਪਿਕਸ ਦਾ ਆਪਸ ਦੇ ਵਿੱਚ। ਜਦੋਂ ਆਪਾਂ ਨੇ ਸੋਰਸਿਸ ਦੇਖੇ ਸੀ ਉੱਥੇ ਤੁਹਾਨੂੰ ਮੈਂ ਪੜਾਇਆ ਸੀ ਕਿ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਆਪਾਂ ਨੇ ਲਈ ਹੈ ਬ੍ਰਿਟੇਨ ਦੇ ਯੂਕੇ ਦੇ ਸੰਵਿਧਾਨ ਚੋਂ। ਸੋ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ, ਸੰਸਦੀ ਸਰਕਾਰ ਲਈ ਆਪਾਂ ਨੇ ਬ੍ਰਿਟੇਨ। ਹੁਣ ਆਪਣਾ ਮੇਨ ਟੌਪਿਕ ਆ ਜਾਂਦਾ ਹੈ ਐਗਜ਼ੈਕਟਿਵ ਦਾ, ਕਾਰਜਕਾਰੀ। ਇਹਦੇ ਅੰਦਰ ਇਹ 4 ਪੋਜੀਸ਼ਨਾਂ ਨੇ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਹਨਾਂ ਦਾ ਮੰਤਰੀ ਮੰਡਲ, ਭਾਰਤ ਦੇ ਅਟਾਰਨੀ ਜਨਰਲ। ਇਹ 4 ਇੰਪੋਰਟੈਂਟ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਹੁਣ ਆਪਾਂ 1 ਬਾय 1 ਇਹਨਾਂ ਦੇ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਜੋ ਆਰਟੀਕਲਸ ਪ੍ਰੋਵੀਜ਼ਨ ਇੰਪੋਰਟੈਂਟ ਨੇ ਉਹ ਦੇਖਾਂਗੇ। ਜਿਹੜੇ ਇਹ ਆਰਟੀਕਲਸ ਨੇ ਮੈਂ ਇੱਕ ਹੋਰ ਤੁਹਾਨੂੰ ਚੀਜ਼ ਦੱਸਣਾ ਚਾਹੁੰਦੀ ਹਾਂ, ਇਹਨਾਂ ਨੂੰ ਅਨੁਛੇਦ ਵੀ ਕਿਹਾ ਜਾਂਦਾ ਹੈ। ਸੋ ਜੋ ਤੁਸੀਂ ਅਨੁਛੇਦ ਵਰਡ ਸੁਣੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸੰਵਿਧਾਨ ਦੇ ਆਰਟੀਕਲਸ ਦੀ ਗੱਲ ਹੋ ਰਹੀ ਹੈ। ਸੋ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ, ਆਰਟੀਕਲ 52, ਫਰਸਟ ਐਂਡ ਫੋਰਮੋਸਟ ਪਾਰਟ ਆਫ ਐਗਜ਼ੈਕਟਿਵ, ਜਿਹੜਾ ਕਾਰਜਕਾਰੀ ਵਿਭਾਗ ਹੈ ਯੂਨੀਅਨ ਦਾ, ਸੈਂਟਰ ਦਾ, ਉਹਦੀ ਸ਼ੁਰੂਆਤ ਹੁੰਦੀ ਹੈ ਤਾਂ ਉਹਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੈ ਦੇਸ਼ ਦੇ ਰਾਸ਼ਟਰਪਤੀ। ਇਹ ਇਸ ਡਿਪਾਰਟਮੈਂਟ ਨੂੰ ਐਗਜ਼ੈਕਟਿਵ ਨੂੰ ਹੈਡ ਕਰਦੇ ਨੇ। ਆਰਟੀਕਲ 52 ਕਹਿੰਦਾ ਹੈ देयर शैल बी प्रेसिडेंट ऑफ इंडिया, ਪ੍ਰੈਜ਼ੀਡੈਂਟ ਨੂੰ ਐਗਜ਼ੈਕਟਿਵ ਹੈਡ ਮੰਨਿਆ ਜਾਂਦਾ। ਜਿੰਨੇ ਵੀ ਐਗਜ਼ੈਕਟਿਵ ਕੰਮਕਾਜ ਨੇ ਸਾਰੇ ਰਾਸ਼ਟਰਪਤੀ ਦੇ ਨਾਮ ਉੱਤੇ ਹੀ ਹੋਣਗੇ। ਸੋ ਉਸ ਤੋਂ ਬਾਅਦ ਆਰਟੀਕਲ 58 ਦੱਸਦਾ ਕਿ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਨੇ, ਕੁਆਲੀਫਿਕੇਸ਼ਨਸ ਨੇ ਜਿਹੜੀਆਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜੇ ਕਿਸੇ ਨੇ ਲੜਨੀ ਹੈ ਉਹਦੇ ਲਈ ਉਹ ਲਾਜ਼ਮੀ ਨੇ ਪੂਰੀਆਂ ਕਰਨੀਆਂ। So talks about eligibility of person to become president of India. It says that a person is eligible for president if ਸਭ ਤੋਂ ਪਹਿਲਾਂ ਤਾਂ ਆਪਣੇ ਦੇਸ਼ ਦੇ ਰਾਸ਼ਟਰਪਤੀ ਬਣ ਰਹੇ ਨੇ ਤਾਂ ਭਾਰਤ ਦੀ ਨਾਗਰਿਕਤਾ ਹੋਣੀ ਜ਼ਰੂਰੀ ਹੈ, 35 ਸਾਲ ਦੀ ਉਮਰ ਉਹਨਾਂ ਦੀ ਕੰਪਲੀਟ ਹੋ ਜਾਣੀ ਚਾਹੀਦੀ ਹੈ। ਨਾਲ ਹੀ ਜੇ ਉਹਨਾਂ ਨੂੰ ਆਪਾਂ ਲੋਕ ਸਭਾ ਦੀ ਇਲੈਕਸ਼ਨ 'ਚ ਖੜਾਈਏ ਤਾਂ ਉੱਥੇ ਉਹ ਜੇ ਲੋਕ ਸਭਾ ਦੀ ਇਲੈਕਸ਼ਨ ਦੇ ਲਈ ਕੁਆਲੀਫਾਈ ਕਰ ਰਹੇ ਨੇ ਤਾਂ ਉਹ ਰਾਸ਼ਟਰਪਤੀ ਦੀ ਇਲੈਕਸ਼ਨ ਲਈ ਵੀ ਕੁਆਲੀਫਾਈਡ ਨੇ। So is qualified for an election as a member of House of People. A person can be disqualified. President ਦੀ ਇਲੈਕਸ਼ਨ ਲਈ ਆਪਾਂ ਡਿਸਕੁਆਲੀਫਾਈ ਕਰ ਸਕਦੇ ਹਾਂ ਜੇ ਆਲਰੇਡੀ ਉਹ ਕੋਈ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਹੇ ਨੇ, ਆਫਿਸ ਆਫ ਪ੍ਰੋਫਿਟ ਸੰਭਾਲ ਰਹੇ ਨੇ, ਚਾਹੇ ਯੂਨੀਅਨ ਦੀ ਸਰਕਾਰ ਵਿੱਚ ਜਾਂ ਕਿਸੇ ਵੀ ਸਟੇਟ ਗਵਰਨਮੈਂਟ ਦੀ ਸਰਕਾਰ ਵਿੱਚ, ਜਾਂ ਫਿਰ ਕਿਸੇ ਵੀ ਲੋਕਲ ਅਥਾਰਟੀ ਦੇ ਅੰਦਰ ਕੰਮ ਕਰ ਰਹੇ ਨੇ ਜਿਹੜੀ ਸਰਕਾਰੀ ਕੰਟਰੋਲ ਦੇ ਅੰਦਰ ਆਉਂਦੀ ਹੈ। ਸੋ ਜੇ ਇਸ ਤਰੀਕੇ ਦੀ ਕੋਈ ਜੌਬ ਉੱਤੇ ਹੈ ਕੋਈ ਪਰਸਨ ਤਾਂ ਚਾਹੇ ਉਹ ਤਿੰਨੋਂ ਇਹ ਵਾਲੀਆਂ ਰਿਕੁਆਇਰਮੈਂਟ ਪੂਰੀਆਂ ਕਰ ਰਿਹਾ ਹੈ ਫਿਰ ਵੀ ਉਹ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦਾ। ਹੁਣ ਆਪਾਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਕਰਦੀ ਤਾਂ ਸਵਾਲ ਉੱਠਦਾ ਕਿ ਚੋਣ ਦੇ ਲਈ ਵੋਟਾਂ ਕੌਣ ਪਾਊਗਾ? Who would vote for you in the president election? ਜੇ ਆਪਾਂ ਮੰਨ ਲਓ ਤੁਸੀਂ ਕੱਲ ਨੂੰ ਰਾਸ਼ਟਰਪਤੀ ਦੀ ਚੋਣ ਲਈ ਖੜ ਰਹੇ ਹੋ, ਹੁਣ ਤੁਹਾਡੇ ਲਈ ਵੋਟ ਕੌਣ-ਕੌਣ ਪਾਉਣ ਆਊਗਾ? ਇਹਦਾ ਜਵਾਬ ਹੈ ਆਰਟੀਕਲ 54 ਦੇ ਅੰਦਰ। ਆਰਟੀਕਲ 54 ਡੀਲ ਕਰਦਾ ਹੈ ਪ੍ਰੋਵੀਜ਼ਨਸ ਜਿਹੜੀਆਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਨਾਲ ਰਿਲੇਟਡ ਨੇ। ਆਰਟੀਕਲ 54 ਕਹਿ ਰਿਹਾ ਹੈ ਪ੍ਰੈਜ਼ੀਡੈਂਟ ਇਲੈਕਟ ਹੋਊਗਾ ਇੱਕ ਇਲੈਕਟਰਲ ਕੋਲਾਜ ਦੇ ਥਰੂ ਪ੍ਰੋਪਰ। ਸੋ ਉਸ ਕੋਲਾਜ ਦੇ ਵਿੱਚ ਤੁਹਾਨੂੰ ਕੱਲ ਨੂੰ ਵੋਟ ਕੌਣ-ਕੌਣ ਪਾਉਣਾ ਹੋਊਗਾ ਜੇ ਤੁਸੀਂ ਰਾਸ਼ਟਰਪਤੀ ਦੀ ਇਲੈਕਸ਼ਨ ਲਈ ਖੜ ਰਹੇ ਹੋ? ਇੱਕ ਤਾਂ ਜਿਹੜੇ ਦੋਨੋਂ ਹਾਊਸਿਸ ਦੇ ਇਲੈਕਟਿਡ ਚੁਣੇ ਹੋਏ ਮੈਂਬਰ ਨੇ, ਦੋਨੋਂ ਹਾਊਸ ਕਿਹੜੇ? ਪਾਰਲੀਮੈਂਟ ਦੇ, ਲੋਕ ਸਭਾ ਦੇ ਤੇ ਰਾਜ ਸਭਾ। ਨਾਲ ਹੀ ਚੁਣੇ ਹੋਏ ਮੈਂਬਰ ਆਉਣਗੇ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚੋਂ, ਪੰਜਾਬ, ਹਰਿਆਣਾ। ਸੋ ਇਹ 3 ਤਰੀਕੇ ਦੇ ਮੈਂਬਰਸ ਨੇ ਇਲੈਕਟਿਡ ਜਿਹੜੇ ਤੁਹਾਨੂੰ ਵੋਟ ਪਾਉਣ ਆਉਣਗੇ ਜੇ ਤੁਸੀਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲਈ ਖੜ ਰਹੇ ਹੋ। ਸੋ ਮੈਂ ਥੋੜਾ ਜਿਹਾ ਇੰਟਰਸਟਿੰਗ ਇਸ ਲਈ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਸੋ ਦੈਟ ਤੁਸੀਂ ਕਨਫਿਊਜ਼ ਨਾ ਹੋ। ਇਹ ਸਾਰੀ ਪੋਲਿਟੀ ਪੂਰੇ ਕਨਸਟੀਟਿਊਸ਼ਨ ਨੂੰ ਇੱਕ ਸਟੋਰੀ ਦੀ ਤਰ੍ਹਾਂ ਆਪਣੇ ਦਿਮਾਗ 'ਚ ਬਿਠਾ ਲਓ। ਉਸ ਤੋਂ ਬਾਅਦ ਹੈ ਮੋਡ ਆਫ ਵੋਟਿੰਗ। ਹੁਣ ਵੋਟ ਪਾਉਣ ਦਾ ਤਰੀਕਾ ਕੀ ਹੋਊਗਾ? ਤੁਹਾਨੂੰ ਵੋਟ ਤਾਂ ਪਾਉਣ ਆ ਗਏ, ਹੁਣ ਤੁਹਾਨੂੰ ਵੋਟ ਪਾਉਣਗੇ ਕਿਵੇਂ? ਇਹਦਾ ਜਵਾਬ ਹੈ ਆਰਟੀਕਲ 55 ਕਲੌਜ਼ 3 ਦੇ ਅੰਦਰ। The election of president should be held according to system of proportional representation by means of single transferable vote. ਸਿੰਗਲ ਟ੍ਰਾਂਸਫਰੇਬਲ ਵੋਟ ਦੇ ਤਰੀਕੇ ਵਿੱਚ ਕੀ ਹੁੰਦਾ ਹੈ? ਤੁਹਾਡੇ ਕੋਲ ਜਿਵੇਂ ਮੰਨ ਲਓ 1 2 3 4 ਇਸ ਤਰੀਕੇ ਨਾਲ ਆਪਸ਼ਨ ਹੋਣਗੀਆਂ। ਹੁਣ ਜਿਹੜਾ ਤੁਹਾਨੂੰ ਵੋਟ ਪਾਉਣ ਆਊਗਾ ਉਹ ਆਪਣੀ ਚੁਆਇਸ ਦੱਸੂ ਕਿ ਮੈਂ ਪਹਿਲੇ ਨੰਬਰ ਤੇ ਰਾਸ਼ਟਰਪਤੀ ਕਿਹਨੂੰ ਦੇਖਣਾ, ਦੂਜੇ ਨੰਬਰ ਤੇ ਕਿਹਨੂੰ, ਤੀਜੇ ਤੇ
ਸੋ ਜੇ ਤਾਂ ਪਹਿਲੇ ਵਾਲੇ ਨੂੰ ਹੀ ਮੈਜੋਰਿਟੀ ਮਿਲ ਗਈ ਤਾਂ ਉਹ ਬਣ ਜੂ, ਨਹੀਂ ਫਿਰ ਦੂਜੇ ਵਾਲਾ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸਿੰਗਲ ਟ੍ਰਾਂਸਫਰੇਬਲ ਵੋਟ ਹੈ ਇਹਦੇ ਅੰਦਰ ਮਲਟੀ ਵਿਨਰ ਇਲੈਕਟਰਲ ਸਿਸਟਮ ਅਪਣਾਇਆ ਜਾਂਦਾ ਹੈ, ਜਿਹਦੇ ਵਿੱਚ ਵੋਟਰ ਸਿੰਗਲ ਵੋਟ ਪਾਉਂਦੇ ਨੇ ਇਨ ਦ ਫਾਰਮ ਆਫ ਰੈਂਕਡ ਚੁਆਇਸ। ਸੋ ਉਹਨਾਂ ਕੋਲ ਇੱਕ ਰੈਂਕਡ ਚੁਆਇਸ ਹੁੰਦੀ ਹੈ ਕਿ ਤੁਸੀਂ ਪਹਿਲੇ ਨੰਬਰ ਤੇ ਕਿਹਨੂੰ ਦੇਖਣਾ ਚਾਹੁੰਦੇ ਹੋ, ਜੇ ਉਹ ਨਹੀਂ ਤਾਂ ਫਿਰ ਦੂਜੇ ਨੰਬਰ ਤੇ ਕਿਹਨੂੰ ਦੇਖਣਾ ਚਾਹੁੰਦੇ ਹੋ। ਵੋਟਿੰਗ ਸੀਕ੍ਰੇਟ ਬੈਲਟ ਦੇ ਨਾਲ ਹੁੰਦੀ ਹੈ, ਕਿਸੇ ਨੂੰ ਦਿਖਾ ਕੇ ਨਹੀਂ ਹੁੰਦੀ। ਸੋ ਇਹ ਇੰਪੋਰਟੈਂਟ ਪ੍ਰੋਸੀਜਰ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਬਾਰ-ਬਾਰ ਇਹਦੇ ਚੋਂ ਕੁਐਸਚਨਸ ਡਾਇਰੈਕਟਲੀ ਆਉਂਦੇ ਨੇ MCQ ਬਣ ਕੇ। Article 59 of the Indian Constitution talks about conditions। ਪ੍ਰੈਜ਼ੀਡੈਂਟ ਦੇ ਆਫਿਸ ਦੀ ਕੰਡੀਸ਼ਨ ਕੀ ਹੋਊਗੀ, ਜੇ ਕੋਈ ਰਾਸ਼ਟਰਪਤੀ ਬਣ ਗਿਆ ਉਸ ਤੋਂ ਬਾਅਦ ਉਹਨਾਂ ਉੱਤੇ ਕੀ ਕੋਈ ਰਿਸਟ੍ਰਿਕਸ਼ਨ ਹੈ, ਕੀ ਉਹ ਕਰਨਗੇ, ਕਿਹੜੀਆਂ ਕੰਡੀਸ਼ਨਾਂ ਅਪਲਾਈ ਹੁੰਦੀਆਂ ਨੇ ਪ੍ਰੈਜ਼ੀਡੈਂਟ ਦੇ ਆਫਿਸ ਦੇ ਲਈ। ਸਭ ਤੋਂ ਪਹਿਲੀ ਹੈ ਪ੍ਰੈਜ਼ੀਡੈਂਟ ਕੈਨ ਨਾਟ ਬੀ ਅ ਮੈਂਬਰ ਆਫ, ਜੋ ਰਾਸ਼ਟਰਪਤੀ ਬਣ ਗਿਆ ਉਹ ਹਾਊਸ ਆਫ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਦਾ, ਚਾਹੇ ਰਾਜ ਸਭਾ, ਲੋਕ ਸਭਾ ਜਾਂ ਫਿਰ ਕਿਸੇ ਵੀ ਸਟੇਟ ਲੈਜਿਸਲੇਚਰ ਦਾ ਮੈਂਬਰ ਬਣ ਕੇ ਨਹੀਂ ਰਹਿ ਸਕਦੇ। ਜੇ ਉਹ ਹਾਊਸ ਆਫ ਪਾਰਲੀਮੈਂਟ ਜਾਂ ਕਿਸੇ ਵੀ ਸਟੇਟ ਲੈਜਿਸਲੇਚਰ ਦਾ ਆਲਰੇਡੀ ਮੈਂਬਰ ਨੇ ਤਾਂ ਜਿਵੇਂ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਵਿੱਚ ਆਪਣਾ ਪੈਰ ਧਰਿਆ, ਜਿੱਤ ਹਾਸਿਲ ਕੀਤੀ, ਨਾਲ ਦੀ ਨਾਲ ਉਹਨਾਂ ਨੂੰ ਉਹ ਸੀਟ ਛੱਡਣੀ ਪਊਗੀ ਜਿਹੜੇ ਹਾਊਸ ਦੇ ਉਹ ਪਹਿਲਾਂ ਮੈਂਬਰ ਸੀ, ਆਪਣੀ ਰਾਸ਼ਟਰਪਤੀ ਦੀ ਗੱਦੀ ਸੰਭਾਲਣ ਤੋਂ ਪਹਿਲਾਂ। The president shall not hold any other office of profit, ਕੋਈ ਜੌਬ ਨਹੀਂ ਕਰ ਸਕਦੇ ਗਵਰਨਮੈਂਟ ਕੰਟਰੋਲ ਵਾਲੀ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਇਨਐਲੀਜੀਬਲ ਹੋ ਜਾਣਗੇ। President shall be authorized to use his official residence without rent। ਹੁਣ ਇਹ ਤਾਂ ਹੋ ਗਿਆ ਰਿਸਟ੍ਰਿਕਸ਼ਨ, ਹੁਣ ਉਹਨਾਂ ਨੂੰ ਫੈਸਿਲਿਟੀਆਂ ਕੀ ਨੇ, ਆਪਣਾ official resident ਬਿਨਾਂ ਰੈਂਟ ਦਿੱਤੇ ਵਰਤ ਸਕਦੇ ਨੇ, ਕੋਈ ਰੈਂਟ ਨਹੀਂ ਦੇਣਾ ਉਹਨਾਂ ਨੇ ਰਾਸ਼ਟਰਪਤੀ ਭਵਨ 'ਚ ਰਹਿਣ ਦਾ। He shall be also authorized to emolument ਮਿਲਣਗੀਆਂ, ਹੋਰ ਉਹਨਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਜੋ ਪਾਰਲੀਮੈਂਟ ਨੇ ਤੈਅ ਕੀਤੀਆਂ ਹੋਈਆਂ ਨੇ। ਪਰ ਇੱਕ ਇੰਪੋਰਟੈਂਟ ਚੀਜ਼, ਜੋ ਰਾਸ਼ਟਰਪਤੀ ਨੂੰ ਜਿਸ ਦਿਨ ਉਹ ਬਣ ਗਏ ਪ੍ਰੈਜ਼ੀਡੈਂਟ, ਉਸ ਦਿਨ ਤੋਂ ਜਿਵੇਂ ਉਹਨਾਂ ਦਾ 5 ਸਾਲਾਂ ਦਾ ਟਾਈਮ ਪੀਰੀਅਡ ਪੂਰਾ ਹੋਊਗਾ, ਟੈਨਿਓਰ ਪੂਰਾ ਹੋਊਗਾ, ਵਿਚਕਾਰ ਕਿਸੇ ਵੀ ਸਮੇਂ ਜੋ ਇੱਕ ਵਾਰੀ ਉਹਨਾਂ ਦੇ ਕਾਰਜਕਾਲ ਸ਼ੁਰੂ ਹੋਣ ਦੇ ਸਮੇਂ ਫੈਸਿਲਿਟੀਆਂ ਦੇਤੀਆਂ, ਅਲਾਉਐਂਸ, ਪ੍ਰਿਵਿਲੇਜ, ਇਮੋਲੂਮੈਂਟ ਦੇਤੇ, ਤੁਸੀਂ ਵਿਚਕਾਰ ਉਹ ਘਟਾ ਨਹੀਂ ਸਕਦੇ ਕਿਸੇ ਵੀ ਟਾਈਮ। Emolument allowance of president cannot be diminished or reduced during his term of office। ਆਰਟੀਕਲ 56 ਗੱਲ ਕਰਦਾ ਕਿ ਜਿਹੜਾ ਪ੍ਰੈਜ਼ੀਡੈਂਟ ਦਾ ਆਫਿਸ ਹੈ, ਕਾਰਜਕਾਲ ਦਾ ਸਮਾਂ ਹੈ, ਉਹ 5 ਸਾਲ ਦਾ ਹੋਊਗਾ unless a new president enters the office, the incumbent president shall hold it। ਜਦੋਂ ਤੱਕ ਨਵੇਂ ਪ੍ਰੈਜ਼ੀਡੈਂਟ ਨਹੀਂ ਆਉਣਗੇ, ਇਲੈਕਸ਼ਨਾਂ ਨਹੀਂ ਹੋ ਜਾਣਗੀਆਂ, ਉਦੋਂ ਤੱਕ ਪੁਰਾਣੇ ਰਾਸ਼ਟਰਪਤੀ ਉਹ ਪੋਜੀਸ਼ਨ ਸੰਭਾਲ ਕੇ ਰੱਖਣਗੇ। ਪ੍ਰੈਜ਼ੀਡੈਂਟ ਨੂੰ ਉਹਨਾਂ ਦੇ ਆਫਿਸ ਤੋਂ ਰਿਮੂਵ ਕੀਤਾ ਜਾ ਸਕਦਾ ਹੈ ਆਰਟੀਕਲ 61 ਦੇ ਅੰਦਰ, ਪਰ ਇਹਦਾ ਸਿਰਫ ਇੱਕ ਹੀ ਤਰੀਕਾ ਹੈ, ਉਹ ਹੈ ਜੇ ਉਹ ਸੰਵਿਧਾਨ ਦੇ ਅਗੇਂਸਟ ਕੋਈ ਸਟੈਪ ਲੈ ਲੈਣ, ਸੰਵਿਧਾਨ ਨੂੰ ਵਾਇਲੇਟ ਕਰਨ। ਸੋ ਇੱਕ ਹੀ ਗਰਾਊਂਡ ਉੱਤੇ ਪ੍ਰੈਜ਼ੀਡੈਂਟ ਦੇ ਅਗੇਂਸਟ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਇੰਪੀਚਮੈਂਟ ਦਾ ਪ੍ਰੋਸੈਸ ਹੈ ਸ਼ੁਰੂ ਕਰ ਸਕਦੇ ਆ ਆਰਟੀਕਲ 61 ਦੇ ਅੰਦਰ। ਇਹ ਗਰਾਊਂਡ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਹੈ। ਇੰਪੀਚਮੈਂਟ ਦਾ ਪੰਜਾਬੀ 'ਚ ਮਤਲਬ ਹੁੰਦਾ ਹੈ ਮਹਾਦੋਸ਼। ਸੋ ਤੁਸੀਂ ਉਹਨਾਂ ਉੱਤੇ ਕੋਈ ਬਹੁਤ ਵੱਡਾ ਦੋਸ਼ ਲਗਾ ਰਹੇ ਹੋ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਨ ਦਾ, ਤੇ ਉਸ ਦੋਸ਼ ਦੇ ਲਈ ਜਿਹੜਾ ਪ੍ਰੋਸੈਸ ਹੈ ਉਹਨਾਂ ਨੂੰ ਰਿਮੂਵ ਕਰਨ ਦਾ ਆਫਿਸ ਚੋਂ, ਉਹਦੇ ਲਈ ਪ੍ਰੋਸੈਸ ਹੈ ਆਰਟੀਕਲ 61 ਦੇ ਅੰਦਰ। ਤੇ ਜਿਹੜਾ ਆਰਟੀਕਲ 61 ਹੈ ਉਹ ਇਹ ਵੀ ਕਹਿੰਦਾ ਕਿ ਜੇ ਕੋਈ ਵੀ ਰੈਜ਼ਿਗਨੇਸ਼ਨ ਦੇਣੀ ਹੈ ਪ੍ਰੈਜ਼ੀਡੈਂਟ ਨੇ ਤਾਂ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਦਿੱਤੀ ਜਾਊਗੀ, ਤੇ ਵਾਈਸ ਪ੍ਰੈਜ਼ੀਡੈਂਟ ਉਸ ਰੈਜ਼ਿਗਨੇਸ਼ਨ ਦੀ ਜਾਣਕਾਰੀ ਦੇਣਗੇ ਸਪੀਕਰ ਨੂੰ ਲੋਕ ਸਭਾ ਦੇ। ਸੋ ਇਹ ਇੰਪੋਰਟੈਂਟ ਜਿਹੜਾ ਇੱਕ ਫੈਕਟ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਜੇ ਰਾਸ਼ਟਰਪਤੀ ਨੇ ਆਪਣੀ ਮਰਜ਼ੀ ਦੇ ਨਾਲ ਆਪਣੀ ਸੀਟ ਛੱਡਣੀ ਹੈ ਤਾਂ ਉਹ ਰੈਜ਼ਿਗਨੇਸ਼ਨ ਦੇਣਗੇ ਉਪ ਰਾਸ਼ਟਰਪਤੀ ਨੂੰ, ਤੇ ਉਪ ਰਾਸ਼ਟਰਪਤੀ ਇਸ ਚੀਜ਼ ਦੀ ਜਾਣਕਾਰੀ ਦੇਣਗੇ ਲੋਕ ਸਭਾ ਦੇ ਸਪੀਕਰ ਨੂੰ, ਤੇ ਉੱਥੋਂ ਫਿਰ ਬਾਕੀ ਸਾਰਿਆਂ ਨੂੰ ਉਹ ਜਾਣਕਾਰੀ ਮਿਲ ਜੂਗੀ ਪੂਰੀ ਦੀ ਪੂਰੀ ਪਾਰਲੀਮੈਂਟ ਨੂੰ। ਸੋ ਇਹ ਹੈ ਇੰਪੋਰਟੈਂਟ ਸਟੈਪਸ। ਆਰਟੀਕਲ 62 ਕਹਿੰਦਾ ਹੈ ਕਿ ਜਦੋਂ ਵੀ ਪੋਜੀਸ਼ਨ ਸੀਟ ਖਾਲੀ ਹੋਗੀ ਰਾਸ਼ਟਰਪਤੀ ਦੀ ਤਾਂ ਉਹ ਜਲਦੀ ਫਿਲ ਕੀਤੀ ਜਾਊਗੀ, ਉਹਦੇ ਲਈ ਪ੍ਰੋਪਰ ਇਲੈਕਸ਼ਨਸ ਕਰਵਾਈਆਂ ਜਾਣਗੀਆਂ। ਸੋ ਮੰਨ ਲਓ ਹੁਣ ਤੁਹਾਡੀ ਇਲੈਕਸ਼ਨ ਹੈ, ਕੱਲ ਨੂੰ ਤੁਸੀਂ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਹੇ ਹੋ ਤਾਂ ਉੱਥੇ ਕੋਈ ਦਿੱਕਤ ਕ੍ਰੀਏਟ ਕਰ ਰਿਹਾ, ਕੋਈ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਈ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਤਾਂ 35 ਸਾਲ ਦੇ ਨਹੀਂ ਹੋਏ, ਤੁਸੀਂ ਕਿਵੇਂ ਰਾਸ਼ਟਰਪਤੀ ਦੀ ਚੋਣ ਲਈ ਖੜ ਗਏ, ਜਾਂ ਤੁਹਾਨੂੰ ਕਹਿ ਰਿਹਾ ਕਿ ਮੈਂ ਤਾਂ ਤੁਹਾਨੂੰ ਦੇਖਿਆ ਸੀ ਤੁਸੀਂ ਕੋਈ ਆਫਿਸ ਆਫ ਪ੍ਰੋਫਿਟ ਸੰਭਾਲ ਰਹੇ ਹੋ। ਸੋ ਤੁਸੀਂ ਹੁਣ ਇਹ ਸਾਰੇ ਇਸ਼ੂਜ਼ ਨੂੰ ਕਲੀਅਰ ਕਰਨਾ ਚਾਹੁੰਦੇ ਹੋ ਕਿ ਮੈਂ ਜੋ ਚੋਣ ਲੜ ਰਿਹਾ ਮੈਂ ਬਿਲਕੁਲ ਸਹੀ ਹਾਂ, ਐਲੀਜੀਬਲ ਹਾਂ,
ਸੋ ਇਸ ਚੀਜ਼ ਨੂੰ ਕਲੀਅਰ ਕੌਣ ਕਰੂ? ਤੁਸੀਂ ਕਿਹਦੇ ਕੋਲ ਜਾਓਗੇ ਰਾਸ਼ਟਰਪਤੀ ਦੀ ਇਲੈਕਸ਼ਨ ਵਾਲੇ ਡਿਸਪਿਊਟ ਨੂੰ ਕਲੀਅਰ ਕਰਵਾਉਣ ਦੇ ਲਈ? What if people raise issue regarding your election as president? Who would clarify the dispute? ਇਹਦਾ ਜਵਾਬ ਹੈ ਆਰਟੀਕਲ 71 ਦੇ ਅੰਦਰ। ਸੋ ਆਰਟੀਕਲ 71 ਕਹਿੰਦਾ ਕੋਈ ਵੀ ਮੈਟਰ ਹੈ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਉਸ ਮੈਟਰ ਦੀ ਸੁਣਵਾਈ ਕਰੂ ऑनरेबल सुप्रीम कोर्ट ऑफ इंडिया। सुप्रीम कोर्ट ने जो कहता वो डिसीजन मनना पऊगा, फाइनल होगा। Any dispute arising with respect to election of president will be adjudicated by the Supreme Court and its decision will be considered final। ਸੋ ਹੁਣ ਮੰਨ ਲਓ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਜਿਹੜੀ ਰਾਸ਼ਟਰਪਤੀ ਦੀ ਚੋਣ ਹੋਈ ਸੀ ਉਹ ਗਲਤ ਹੋਈ ਸੀ, ਡਿਕਲੇਅਰਡ ਵੋਇਡ, ਉਹਨੂੰ ਰੱਦ ਕਰਾਤਾ ਕਿ ਇਹ ਜਿਹੜੇ ਰਾਸ਼ਟਰਪਤੀ ਚੁਣੇ ਗਏ ਸੀ ਇਹ ਸਹੀ ਨਹੀਂ ਸੀ। ਪਰ ਇੱਕ ਇੰਪੋਰਟੈਂਟ ਉਰੇ ਚੀਜ਼ ਹੁਣ ਤੁਸੀਂ ਨੋਟ ਕਰਨੀ ਹੈ ਕਿ ਚਾਹੇ ਸੁਪਰੀਮ ਕੋਰਟ ਕਹਿ ਦੇਵੇ ਕਿ ਜਿਹੜੀ ਇਲੈਕਸ਼ਨ ਹੋਈ ਸੀ ਕਿਸੇ ਪਰਸਨ ਦੀ ਐਸ ਪ੍ਰੈਜ਼ੀਡੈਂਟ ਉਹ ਗਲਤ ਹੈ, ਵੋਇਡ ਹੈ, ਪਰ ਜੋ ਉਹਨੇ ਰਾਸ਼ਟਰਪਤੀ ਹੋਣ ਦੇ ਨਾਤੇ ਉਸ ਡਿਸੀਜਨ ਸੁਪਰੀਮ ਕੋਰਟ ਦੇ ਡਿਸੀਜਨ ਤੋਂ ਪਹਿਲਾਂ ਕੰਮ ਕੀਤੇ ਨੇ ਐਸ ਪ੍ਰੈਜ਼ੀਡੈਂਟ ਆਫ ਇੰਡੀਆ, ਉਹ ਕੰਮ ਵੈਲਿਡ ਰਹਿਣਗੇ। ਐਕਟਸ ਡਨ ਬਾਈ ਹਿਮ in the exercise of power of the office of president will not be considered invalid। Parliament can formulate any law regarding to election of president, पर जो भी parliament law बनाओ वो संविधान दे provisions दे नाल मिल के चलना चाहिए। Election of person as president vice president shall not be called in question on the ground of existence of any vacancy for whatever reason among the member of electoral college electing them। ਸੋ ਪ੍ਰੈਜ਼ੀਡੈਂਟ ਉੱਤੇ ਜੇ ਦੋਸ਼ ਲੱਗੇ ਕਿ ਉਹਨਾਂ ਨੇ ਸੰਵਿਧਾਨ ਦੇ ਅਗੇਂਸਟ ਜਾ ਕੇ ਕੋਈ ਕੰਮ ਕੀਤਾ, ਕੋਈ ਪ੍ਰੋਵੀਜ਼ਨ ਵਾਇਲੇਟ ਕੀਤੀਆਂ ਨੇ ਕਨਸਟੀਟਿਊਸ਼ਨ ਦੀਆਂ, ਤਾਂ ਉਹਨਾਂ ਨੂੰ ਦੋਨੋਂ ਹਾਊਸਸ ਦੇ ਵਿੱਚੋਂ ਕੋਈ ਵੀ ਕਹਿ ਸਕਦਾ ਹੈ ਇੰਪੀਚ ਕਰਨ ਦੇ ਲਈ, ਆਪਣੀ ਗੱਦੀ ਤੋਂ ਹਟਾਉਣ ਦੇ ਲਈ। ਸੋ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਬੀ ਇੰਪੀਚਡ ਅੰਡਰ ਆਰਟੀਕਲ 61 for the violation of constitution on the basis of charges preferred by either house of parliament। A resolution with the proposal to prefer such charges must be signed। ਹੁਣ ਜਿਹੜਾ ਇਹ ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਗੱਦੀ ਤੋਂ ਹਟਾਉਣ ਦਾ ਇੱਕ ਪ੍ਰੋਪਰ ਤਰੀਕਾ ਹੈ, ਰੈਜ਼ੋਲੂਸ਼ਨ ਹੈ, ਪ੍ਰਪੋਜ਼ਲ ਹੈ, ਉਹਦੇ ਹੁਣ ਪ੍ਰੋਸੈਸ ਕੀ ਰਹੂਗਾ? ਜਿਹੜਾ ਉਹ ਪ੍ਰਪੋਜ਼ਲ ਹੈ ਘੱਟੋ ਘੱਟ ਉਹਨੂੰ 1/4 ਜਿਹੜੇ ਵੀ ਹਾਊਸ ਦੇ ਵਿੱਚੋਂ ਪ੍ਰਪੋਜ਼ਲ ਰੱਖਿਆ ਗਿਆ, ਪ੍ਰਸਤਾਵ ਰੱਖਿਆ ਗਿਆ, 1/4 ਮੈਂਬਰ ਟੋਟਲ ਚੋਂ ਸਾਈਨ ਕਰਨ ਸਭ ਤੋਂ ਪਹਿਲਾਂ ਕਿ ਅਸੀਂ ਇਹ ਚਾਰਜ ਲਗਾ ਰਿਹਾ ਰਾਸ਼ਟਰਪਤੀ ਉੱਤੇ ਕਿ ਉਹਨਾਂ ਨੇ ਸੰਵਿਧਾਨ ਨੂੰ ਵਾਇਲੇਟ ਕੀਤਾ ਹੈ। ਰੈਜ਼ੋਲੂਸ਼ਨ ਨੂੰ ਘੱਟੋ ਘੱਟ ਪਾਸ ਕਿੰਨੇ ਜਾਣੇ ਕਰਨ? ਇਹ ਤਾਂ ਗੱਲ ਹੋ ਗਈ ਸਾਈਨ ਦੀ, ਸਾਈਨ ਕਰਨਗੇ ਘੱਟੋ ਘੱਟ 1/4। ਹੁਣ ਉਹ ਰੈਜ਼ੋਲੂਸ਼ਨ ਪਾਸ ਕੀਤਾ ਜਾਊ ਘੱਟੋ ਘੱਟ 2/3 ਮੈਜੋਰਿਟੀ ਦੇ ਨਾਲ। ਜਦੋਂ ਰੈਜ਼ੋਲੂਸ਼ਨ ਇੱਕ ਹਾਊਸ ਨੇ ਪਾਸ ਕਰਤਾ ਤਾਂ ਉਹ ਦੂਜੇ ਹਾਊਸ ਵਿੱਚ ਭੇਜਿਆ ਜਾਊਗਾ ਸੋ ਦੈਟ ਉਹ ਵੀ ਆਪਣੀ ਪੂਰੀ ਤਸੱਲੀ ਕਰ ਲੈਣ, ਸਾਰੀ ਇਨਵੈਸਟੀਗੇਸ਼ਨ ਕਰ ਲੈਣ ਚਾਰजेस ਦੀ। ਪ੍ਰੈਜ਼ੀਡੈਂਟ ਨੂੰ ਪ੍ਰੋਪਰ ਇੱਕ ਰਾਈਟ ਦਿੱਤਾ ਜਾਊਗਾ ਕਿ ਉਹ ਆਪਣੀ ਗੱਲ ਵੀ ਸਾਹਮਣੇ ਰੱਖਣ। when the house investigating the charge pass the resolution by 2/3 majority, ਇੱਕ ਹਾਊਸ ਨੇ ਮੈਜੋਰਿਟੀ ਦੇ ਨਾਲ ਦੂਜੇ ਚ ਭੇਜਤਾ, ਦੂਜੇ ਨੇ ਇਨਵੈਸਟੀਗੇਟ ਕੀਤਾ ਤੇ ਉਹਨਾਂ ਨੇ ਵੀ ਪਾਸ ਕਰਤਾ ਕਿ ਹਾਂ ਇਹ ਚਾਰजेस ਸਹੀ ਨੇ, declares the charges as sustaining, it results in removing the president। ਜਿਵੇਂ ਹੀ ਦੂਜੇ ਹਾਊਸ ਨੇ ਕਲੀਅਰ ਕਰਤਾ ਉਵੇਂ ਹੀ ਰਾਸ਼ਟਰਪਤੀ ਦੀ ਰਿਮੂਵਲ ਦਾ ਪ੍ਰੋਸੈਸ ਪੂਰਾ ਹੋ ਜਾਊਗਾ। ਨੈਕਸਟ ਆਪਾਂ ਦੇਖਾਂਗੇ ਰਾਸ਼ਟਰਪਤੀ ਦੀਆਂ ਐਗਜ਼ੀਕਿਊਟਿਵ ਪਾਵਰ ਕੀ ਨੇ। ਇਸ ਕਾਰਜਕਾਰੀ ਹੈੱਡ ਦੇ ਤੌਰ ਤੇ ਉਹ ਦੇਸ਼ ਦੇ ਅੰਦਰ ਕਿਹੜੇ ਰੋਲ ਨਿਭਾਉਂਦੇ ਨੇ। ਸਭ ਤੋਂ ਪਹਿਲਾਂ ਆਰਟੀਕਲ 53 states that all executive power ਕਿਹਦੇ ਕੋਲ ਨੇ? ਸਾਰੀ ਐਗਜ਼ੀਕਿਊਟਿਵ ਪਾਵਰ ਯੂਨੀਅਨ ਦੀਆਂ ਰਾਸ਼ਟਰਪਤੀ ਕੋਲ ਨੇ। president is allowed to exercise his executive power through officer subordinate to him। ਇਹ ਡਾਇਰੈਕਟਲੀ ਇਨਡਾਇਰੈਕਟਲੀ ਗਾਈਡ ਕਰਦੇ ਨੇ ਆਪਣੀਆਂ ਐਗਜ਼ੀਕਿਊਟਿਵ ਪਾਵਰਸ ਕਿਹਦੇ ਤੋਂ ਕਰਵਾਉਂਦੇ ਨੇ? ਜੋ ਇਹਨਾਂ ਦੇ ਨੀਚੇ ਆਫੀਸਰਸ ਨੇ ਉਹਨਾਂ ਤੋਂ ਕੰਮ ਕਰਵਾਉਂਦੇ ਨੇ। ਅੰਡਰ ਦਿਸ ਆਰਟੀਕਲ ਪ੍ਰੈਜ਼ੀਡੈਂਟ ਹੈਜ਼ ਪਾਵਰਸ ਰਿਗਾਰਡਿੰਗ, ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈ ਕਿ ਉਹ ਜਿਹੜੀਆਂ ਟੌਪ ਮੋਸਟ ਹਾਈਐਸਟ ਅਥਾਰਟੀਜ਼ ਨੇ ਸੰਵਿਧਾਨ ਦੀਆਂ ਉਹਨਾਂ ਨੂੰ ਅਪਾਇੰਟ ਕਰਨ, ਜਿਵੇਂ ਪ੍ਰਧਾਨ ਮੰਤਰੀ ਹੋ ਗਏ, ਉਹਨਾਂ ਦੀ ਕਾਉਂਸਲ ਹੋ ਗਏ, ਸੋ ਇਹਨਾਂ ਦੀ ਅਪਾਇੰਟਮੈਂਟ ਕੌਣ ਕਰਦਾ? ਪ੍ਰੈਜ਼ੀਡੈਂਟ। ਰਾਈਟ ਆਫ ਬੀਇੰਗ ਇਨਫੋਰਮਡ ਅਬਾਊਟ ਆਲ ਨੈਸ਼ਨਲ ਅਫੇਅਰ,
ਕਿਸੇ ਜੱਜ ਦੀ ਅਪਾਇੰਟਮੈਂਟ ਕਰਨੀ ਹੈ, ਸੁਪਰੀਮ ਕੋਰਟ ਦੇ ਜੱਜਿਸ ਦੀ, ਹਾਈ ਕੋਰਟ ਦੇ ਜੱਜਿਸ ਦੀ, ਕੌਣ ਕਰਦਾ? ਰਾਸ਼ਟਰਪਤੀ। ਸਟੇਟ ਦਾ ਕੋਈ ਗਵਰਨਰ ਨਿਯੁਕਤ ਕਰਨਾ, ਅਟਾਰਨੀ ਜਨਰਲ ਲਗਾਉਣਾ, ਕੰਪਟਰੋਲਰ ਆਡੀਟਰ ਜਨਰਲ, ਚੀਫ ਕਮਿਸ਼ਨਰ ਜਾਂ ਫਿਰ ਕੋਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਮੈਂਬਰਸ ਨਿਯੁਕਤ ਕਰਨੇ ਨੇ, ਇਹ ਸਾਰੀਆਂ ਅਪਾਇੰਟਮੈਂਟਸ ਹੋਣਗੀਆਂ ਰਾਸ਼ਟਰਪਤੀ ਦੇ ਦੁਆਰਾ। Administration of UT, appointment of chief commissioner, lieutenant governor of centrally administered area, council of minister ਨੂੰ remove ਕਰਨਾ ਹੈ, state governor ਨੂੰ ਹਟਾਉਣਾ, attorney general ਨੂੰ ਹਟਾਉਣਾ, ਇਹ ਸਾਰੇ important executive ਕੰਮ ਕਰਦੇ ਨੇ ਰਾਸ਼ਟਰਪਤੀ। military power ਕਿਹੜੀ ਹੈ? ਦੇਸ਼ ਦੀ ਆਰਮਡ ਫੋਰਸਿਸ ਦੇ ਹਰ ਤਰ੍ਹਾਂ ਦੀ ਆਰਮੀ ਦੇ ਹੈਡ ਹੋਣਗੇ, ਸੁਪਰੀਮ ਕਮਾਂਡਰ ਹੋਣਗੇ ਰਾਸ਼ਟਰਪਤੀ। ਇਹ ਸਿੱਧਾ ਡਾਇਰੈਕਟਲੀ ਇਸੇ ਤਰ੍ਹਾਂ ਪੇਪਰ 'ਚ ਕੁਐਸਚਨ ਬਣ ਕੇ ਆਉਂਦਾ MCQ ਫਾਰਮ ਵਿੱਚ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਫॉर ਯੂ। Article 53 also states that President shall be the supreme commander of all armed forces of the Union of India. It also states that no specific provisions can reduce the scope of this general principle. As the supreme commander, president ਦੇ ਕੋਲ ਕੀ ਪਾਵਰ ਹੈ? ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਆਰਮਡ ਫੋਰਸਿਸ ਨੇ, ਚਾਹੇ ਕੋਈ ਆਰਮੀ ਹੈ, ਇੰਡੀਅਨ ਨੇਵੀ ਹੈ, 에ਅਰ ਫੋਰਸ ਹੈ, ਹਰ ਕਿਸੇ ਦੇ ਚੀਫ ਨੂੰ, ਹੈਡ ਨੂੰ ਨਿਯੁਕਤ ਕਰਨਗੇ ਰਾਸ਼ਟਰਪਤੀ। Wars are waged in the names of ਰਾਸ਼ਟਰਪਤੀ, president। ਜੇ ਕੋਈ ਲੜਾਈ ਲਾਉਣੀ ਹੈ ਤਾਂ ਰਾਸ਼ਟਰਪਤੀ ਦੇ ਨਾਮ ਉੱਤੇ ਲੱਗੂਗੀ। ਪੀਸ 'ਚ ਸ਼ਾਂਤੀ ਬਣਾਉਣੀ ਹੈ, ਕੋਈ ਟ੍ਰੀਟੀ ਕਰਨੀ ਹੈ, ਪੀਸ ਲੜਾਈ ਤੋਂ ਬਾਅਦ ਕੋਈ ਅਗਰੀਮੈਂਟ ਕਰਨਾ, ਤਾਂ ਉਹ ਵੀ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਕਨਕਲੂਡ ਹੋਊਗਾ। ਰਾਸ਼ਟਰਪਤੀ ਆਪਣੇ ਦੇਸ਼ ਦਾ ਬਾਕੀ ਦੇਸ਼ਾਂ ਨਾਲ ਕੀ ਰਿਸ਼ਤਾ ਹੈ, ਉਸ ਚੀਜ਼ ਨੂੰ ਤੈਅ ਕਰਦੇ ਨੇ। ਇੰਡੀਅਨ ਡਿਪਲੋਮੇਸੀ ਦਾ ਇਹ ਮੇਨ ਮੁੱਖ ਚਿਹਰਾ ਨੇ, ਫੇਸ ਨੇ, ਤੇ ਆਪਣੇ ਦੇਸ਼ ਦੀ ਮਦਦ ਕਰਦੇ ਨੇ ਬਾਕੀ ਪੂਰੀ ਦੁਨੀਆ ਦੇ ਨਾਲ, ਸਾਰੀ ਕੰਟਰੀਜ਼ ਦੇ ਨਾਲ ਸਹੀ ਪਿਆਰ ਵਾਲੇ ਕਾਰਡੀਅਲ ਰਿਲੇਸ਼ਨ ਬਣਾ ਕੇ ਰੱਖਣ ਦੇ ਲਈ। ਸੋ ਪ੍ਰੈਜ਼ੀਡੈਂਟ ਫਾਰਮਸ ਦ ਫੇਸ ਆਫ ਇੰਡੀਅਨ ਡਿਪਲੋਮੇਸੀ, helps the nation to maintain cordial relation with countries across the globe. ਜਿੰਨੇ ਅੰਬੈਸਡਰ ਨੇ, ਹਾਈ ਕਮਿਸ਼ਨਰ ਨੇ ਫੋਰਨ ਨੇਸ਼ਨ ਦੇ, ਸਾਰੇ ਇਹਨਾਂ ਦੇ representative ਨੇ। He received the credentials of the diplomatic representative prior to ratification by parliament. Treaties agreement with other nation are negotiated by the president. Next है legislative power। सब तो पहली important जो बार-बार पेपर 'ਚ ਵੀ ਆਉਂਦੀ ਹੈ, ਉਹ ਹੈ ਕਿ ਜਦੋਂ ਵੀ ਨਵਾਂ ਬਜਟ ਸੈਸ਼ਨ ਹੁੰਦਾ ਤਾਂ ਰਾਸ਼ਟਰਪਤੀ ਪਹਿਲੇ ਪਰਸਨ ਹੁੰਦੇ ਨੇ ਜਿਹੜੇ ਐਡਰੈਸ ਕਰਦੇ ਨੇ ਪਾਰਲੀਮੈਂਟ ਨੂੰ। ਦੂਜੀ ਚੀਜ਼, ਜੇ ਦੋ ਹਾਊਸਿਸ ਨੇ, ਲੋਕ ਸਭਾ, ਰਾਜ ਸਭਾ, ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਆਪਸ ਦੇ ਵਿੱਚ ਉਹਨਾਂ ਦੇ ਕਾਮਨ ਡਿਸੀਜਨ ਨਹੀਂ ਆ ਪਾ ਰਿਹਾ, ਡੈਡਲੌਕ ਹੋ ਰਿਹਾ, ਤਾਂ ਉਸ ਡੈਡਲੌਕ ਨੂੰ ਤੋੜਨ ਦੇ ਲਈ, ਆਪਸ ਦੇ ਵਿੱਚ ਇੱਕ ਕਾਮਨ ਅਗਰੀਮੈਂਟ ਕਰਵਾਉਣ ਦੇ ਲਈ ਜੁਆਇੰਟ ਸੈਸ਼ਨ ਬੁਲਾ ਸਕਦੇ ਨੇ ਪ੍ਰੈਜ਼ੀਡੈਂਟ। President is empowered to summon a joint session in order to break the deadlock in the legislation process between the two houses of parliament. President's sanction is mandatory in cases of provision, ਜਿਵੇਂ ਕੋਈ ਨਵੀਂ ਸਟੇਟ ਤਿਆਰ ਕਰਨੀ ਹੈ, ਕੋਈ ਐਗਜ਼ਿਸਟਿੰਗ ਸਟੇਟ ਦੀ ਬਾਉਂਡਰੀ ਬਦਲਣੀ ਹੈ, ਨਾਮ ਬਦਲਣਾ ਹੈ, ਤੇ ਇਹ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਨੇ ਪਿਛਲੇ ਲੈਕਚਰ ਦੇ ਅੰਦਰ ਪੜ੍ਹਿਆ ਸੀ ਕਿ ਸਿੰਪਲ ਮੈਜੋਰਿਟੀ ਚਾਹੀਦੀ ਹੈ। ਸੋ ਸਿੰਪਲ ਮੈਜੋਰਿਟੀ ਵਾਲੀਆਂ ਚੀਜ਼ਾਂ ਦੇ ਵਿੱਚ ਵੀ ਪ੍ਰੈਜ਼ੀਡੈਂਟ ਦੀ ਸੈਂਕਸ਼ਨ ਹੋਣੀ, ਅਸੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। Legislative provision relating to fundamental right of all citizens of India require president's consent. President consent ਜ਼ਰੂਰੀ ਹੈ ਜੇ ਲੋਕ ਸਭਾ ਦੇ ਵਿੱਚ ਮਨੀ ਬਿੱਲ ਪੇਸ਼ ਕਰਨਾ ਹੈ। ਪ੍ਰੈਜ਼ੀਡੈਂਟ ਦੀ ਕੰਸੈਂਟ ਜ਼ਰੂਰੀ ਹੈ ਸਾਰੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ। ਕੋਈ ਵੀ ਬਿੱਲ ਹੈ, ਕੋਈ ਅਮੈਂਡਮੈਂਟ ਦਾ, ਕੋਈ ਛੋਟੇ ਤੋਂ ਛੋਟਾ ਬਿੱਲ ਹੈ, ਆਰਡੀਨਰੀ ਬਿੱਲ, ਫਾਈਨੈਂਸ਼ੀਅਲ, ਮਨੀ, ਹਰ ਤਰ੍ਹਾਂ ਦੇ ਬਿੱਲ ਨੂੰ ਜੇ ਤੁਸੀਂ ਲਾਅ ਦੀ ਫਾਰਮ ਦੇ ਵਿੱਚ ਤਬਦੀਲ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਐਂਡ ਤੇ, ਜਦੋਂ ਸਾਰਾ ਪ੍ਰੋਸੈਸ ਹੋ ਜਾਂਦਾ, ਐਂਡ ਤੇ ਫਾਈਨਲੀ ਪ੍ਰੈਜ਼ੀਡੈਂਟ ਦੇ ਸਾਈਨ ਚਾਹੀਦੇ ਹੁੰਦੇ ਨੇ। ਪ੍ਰੈਜ਼ੀਡੈਂਟ ਆਰਡੀਨੈਂਸ ਪ੍ਰੋਮਲਗੇਟ ਕਰ ਸਕਦੇ ਨੇ ਜਦੋਂ ਪਾਰਲੀਮੈਂਟ ਸੈਸ਼ਨ ਵਿੱਚ ਨਹੀਂ ਹੈ, ਕੋਈ ਐਮਰਜੈਂਸੀ ਜੇ ਡਿਸੀਜਨ ਲੈਣਾ ਤਾਂ ਉਹਦੇ ਲਈ ਆਰਡੀਨੈਂਸ ਪਾਸ ਕਰਵਾ ਸਕਦੇ ਨੇ। ਨਾਲ ਹੀ ਪ੍ਰੈਜ਼ੀਡੈਂਟ ਦੋਨੋਂ ਹਾਊਸਿਸ ਦੇ ਲਈ ਕੁਝ ਮੈਂਬਰਸ ਨੋਮੀਨੇਟ ਕਰਦੇ ਨੇ ਆਪਣੀ ਮਰਜ਼ੀ ਦੇ ਨਾਲ। ਸੋ ਇਹ ਨੇ ਇਹਨਾਂ ਦੀਆਂ ਲੈਜਿਸਲੇਟਿਵ ਪਾਵਰਸ।